बिस्मिल्लाहिर्रहमानिर्रहीम अस्सलाम वालेकुम व्यूवर्स की हाल है। उम्मीद है सारे ठीक होंगे। अल्लाह ताला सारे अपने घर खुश रखे आबाद रखे आमीन सुमा आमीन। बिस्मिल्लाहिर्रहमानिर्रहीम सब तो पहले ਆਪਾਂ घी गर्म कर लिया तो घी ਦੇ ਵਿੱਚ ਪਿਆਜ਼ ਸ਼ਾਮਲ ਕਰ ਦਾਂਗੇ। ਦੋ ਛੋਟੇ ਸਾਈਜ਼ ਦੇ ਪਿਆਜ਼ ਸੀ ਮੇਰੇ ਕੋਲ, ਤੁਹਾਡੇ ਕੋਲ ਮੀਡੀਅਮ ਸਾਈਜ਼ ਦਾ ਹੋਵੇ ਤਾਂ ਤੁਸੀਂ ਇੱਕ ਹੀ ਸ਼ਾਮਲ ਕਰ ਲਿਓ। ਅੱਜ ਤੁਹਾਨੂੰ ਸ਼ਿਮਲਾ ਮਿਰਚ ਦੀ ਐਸੀ ਰੈਸਪੀ ਦੇਣ ਲੱਗਿਆ ਕਿ ਜਿਹਦੇ ਨਾਲ ਬਹੁਤ ਹੀ ਜ਼ਬਰਦਸਤ ਜੀ ਤੁਹਾਡੀ ਸ਼ਿਮਲਾ ਮਿਰਚ ਬਣੇਗੀ, ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਉਸ ਤਰ੍ਹਾਂ ਦੇ ਜਦੋਂ ਆਪਾਂ ਚਾਈਨੀਜ਼ ਫੂਡ ਵਿੱਚ ਇਸਤੇਮਾਲ ਕਰੀਦੀ ਹੈ ਸ਼ਿਮਲਾ ਮਿਰਚ ਉਸ ਟਾਈਮ ਖਾ ਲੈਂਦੇ ਆ, ਲੇਕਿਨ ਜਦੋਂ ਇਸ ਤਰ੍ਹਾਂ ਸਾਲਨ ਬਣਾਇਆ ਜਾਂਦਾ ਹੈ ਲੇਕਿਨ ਬਹੁਤ ਸਾਰੇ ਲੋਕ ਇਹਦਾ ਸਾਲਨ ਨਹੀਂ ਖਾਂਦੇ। ਕਿਉਂ ਨਹੀਂ ਖਾਂਦੇ, ਇਹਦੀ ਵਜ੍ਹਾ ਕੀ ਹੈ ਕਿ ਉਹਦਾ ਸਾਲਨ ਸਹੀ ਕਿਉਂ ਨਹੀਂ ਲੱਗਦਾ, ਅੱਜ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ। ਤੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਵਾ, ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ। ਪਹਿਲੇ ਪਿਆਜ਼ ਨੂੰ ਆਪਾਂ ਬਰਾਊਨ ਕਰ ਲੈਣਾ ਵਾ, ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ, ਬਸ ਥੋੜ੍ਹਾ ਜਿਹਾ ਕਲਰ ਚੇਂਜ ਹੋ ਜਾਵੇ। ਤੇ ਬਾਕੀ ਆਪਾਂ ਇਹਦੇ ਵਿੱਚ ਮਸਾਲੇ ਵਗੈਰਾ ਸ਼ਾਮਲ ਕਰ ਲੈਣੇ। ਮਸਾਲੇ ਆਪਾਂ ਇਹਦੇ ਵਿੱਚ ਕਿੰਨੇ ਸ਼ਾਮਲ ਕਰਨੇ ਆ, ਬਹੁਤ ਜ਼ਿਆਦਾ ਮਸਾਲੇ ਵੀ ਸ਼ਾਮਲ ਨਹੀਂ ਕਰਨੇ। ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ, ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਾਇਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਪਿਆਜ਼ ਜਦੋਂ ਥੋੜ੍ਹਾ ਜਿਹਾ ਕਲਰ ਚੇਂਜ ਕਰ ਲਵੇ ਤੇ ਫਿਰ ਤੁਸੀਂ ਇਹਦੇ ਵਿੱਚ ਇੱਕ ਟਮਾਟਰ ਮੀਡੀਅਮ ਸਾਈਜ਼ ਦਾ ਕੱਟ ਕੇ ਸ਼ਾਮਲ ਕਰ ਦੇਣਾ ਵਾ। ਇਹ ਤਕਰੀਬਨ ਅੱਧਾ ਕਿਲੋ ਸ਼ਿਮਲਾ ਮਿਰਚ ਆ ਤੇ 1 ਕਿਲੋ ਆਲੂ ਦੀ ਰੈਸਪੀ ਹੈ। ਬਹੁਤ ਜ਼ਿਆਦਾ ਸ਼ਿਮਲਾ ਮਿਰਚ ਜਿਹੜੀ ਆ ਉਹਦੇ ਵਿੱਚ ਆਪਾਂ ਨਹੀਂ ਇਸਤੇਮਾਲ ਕਰਨੀ। 1 ਕਿਲੋ ਆਲੂ ਆ ਤਾਂ ਉਹਦੇ ਵਿੱਚ ਅੱਧਾ ਕਿਲੋ ਸ਼ਿਮਲਾ ਮਿਰਚ ਕਾਫੀ ਹੋਏਗੀ, ਕਿਉਂਕਿ ਬਹੁਤ ਜ਼ਿਆਦਾ ਸ਼ਿਮਲਾ ਮਿਰਚ ਜਿਹੜੀ ਆ ਫਿਰ ਵੀ ਟੇਸਟ ਨਾ ਅੱਛਾ ਨਹੀਂ ਬਣਦਾ। ਹਲਦੀ ਸ਼ਾਮਲ ਕਰ ਦਿੱਤੀ ਹੈ ਤਕਰੀਬਨ 1/4 ਟੇਬਲ ਸਪੂਨ, ਤੇ ਅੱਧਾ ਟੇਬਲ ਸਪੂਨ ਜਿਹੜਾ ਵਾ ਇਹਦੇ ਵਿੱਚ ਮੈਂ ਮਿਰਚਾਂ ਸ਼ਾਮਲ ਕਰ ਦਿੱਤੀਆਂ ਵਾ। ਕੋਈ ਗਰਮ ਮਸਾਲਾ, ਕੋਈ ਸੁੱਕਾ ਧਨੀਆ ਵਗੈਰਾ ਉਹ ਵੀ ਆਪਾਂ ਇਹਦੇ ਵਿੱਚ ਸ਼ਾਮਲ ਨਹੀਂ ਕਰਨਾ। ਸਾਰੇ ਮਸਾਲੇ ਹਰ ਚੀਜ਼ ਦੇ ਵਿੱਚ ਨਹੀਂ ਸ਼ਾਮਲ ਕੀਤੇ ਜਾਂਦੇ, ਕਿ ਕੁਝ ਲੋਕ ਹਰ ਮਸਾਲਾ ਹੀ ਹਰ ਹਾਂਡੀ ਦੇ ਵਿੱਚ ਪਾ ਦਿੰਦੇ ਆ, ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕੁਝ ਚੀਜ਼ਾਂ ਦਾ ਆਪਣਾ ਇੱਕ ਫਲੇਵਰ ਹੁੰਦਾ ਵਾ, ਉਸ ਦੇ ਫਲੇਵਰ ਨੂੰ ਹੀ ਰਹਿਣ ਦਿੱਤਾ ਜਾਵੇ ਬਰਕਰਾਰ, ਤੇ ਜ਼ਿਆਦਾ ਅੱਛਾ ਲੱਗਦਾ ਵਾ, ਜ਼ਿਆਦਾ ਮਜ਼ੇਦਾਰ ਲੱਗਦਾ ਵਾ। ਤੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਸ਼ਾਮਲ ਕਰ ਦੇਣਾ ਇਹਦੇ ਵਿੱਚ। ਥੋੜ੍ਹਾ ਜਿਹਾ ਇਹਨੂੰ ਪਾਣੀ ਦਾ ਛਿੱਟਾ ਲਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਜਲਣ ਨਾ, ਤੇ ਮਸਾਲਿਆਂ ਦੀ ਭੁਨਾਈ ਹੋ ਜਾਵੇ ਅੱਛੇ ਤਰੀਕੇ ਦੇ ਨਾਲ। ਥੋੜ੍ਹਾ ਥੋੜ੍ਹਾ ਪਾਣੀ ਲਾ ਕੇ ਨਾ ਮਸਾਲੇ ਨੂੰ ਅੱਛੇ ਤਰੀਕੇ ਦੇ ਨਾਲ ਭੁੰਨ ਲੈਣਾ ਵਾ। 2-3 ਦਫਾ ਪਾਣੀ ਦਾ ਛਿੱਟਾ ਲਾਣਾ ਵਾ ਤਾਂ ਕਿ ਮਸਾਲਾ ਜਿਹੜਾ ਵਾ ਬਹੁਤ ਅੱਛੇ ਤਰੀਕੇ ਦੇ ਨਾਲ ਭੁੰਨ ਹੋ ਜਾਵੇ। ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ ਤੇ ਜ਼ਰੂਰ ਉਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ, ਤੇ ਆਪਣੇ ਫੈਮਿਲੀ ਤੇ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਮੇਰੇ ਚੈਨਲ ਨੂੰ। ਤੇ ਇਹ ਦੇਖੋ ਹੁਣ ਆਲੂ ਜਿਹੜੇ ਆ ਉਹ ਤਕਰੀਬਨ ਨਾਰਮਲ ਸਾਈਜ਼ ਹੀ ਕੱਟ ਲੈਣਾ, ਬਹੁਤ ਜ਼ਿਆਦਾ ਬਾਰੀਕ ਵੀ ਨਹੀਂ ਕੱਟਣੇ ਤੇ ਬਹੁਤ ਜ਼ਿਆਦਾ ਮੋਟੇ ਵੀ ਨਹੀਂ ਕੱਟਣੇ, ਕਿ ਜਿਸ ਤਰ੍ਹਾਂ ਆਪਾਂ ਸ਼ੋਰਬੇ ਦੇ ਵਿੱਚ ਜ਼ਿਆਦਾ ਥੋੜ੍ਹਾ ਬੜਾ ਆਲੂ ਸ਼ਾਮਲ ਕਰੀਦਾ ਵਾ, ਤੇ ਉਸ ਤਰ੍ਹਾਂ ਨਹੀਂ ਕੱਟਣਾ ਤੁਸੀਂ। ਬਸ ਨਾਰਮਲ ਜਿਹਾ ਸਾਈਜ਼ ਆਲੂ ਦਾ ਕੱਟਣਾ ਵਾ। ਤੇ ਮਸਾਲਾ ਜਦੋਂ ਭੁੰਨ ਹੋ ਜਾਵੇ ਉਦੋਂ ਆਲੂ ਜਿਹੜੇ ਆ ਇਹਦੇ ਵਿੱਚ ਸ਼ਾਮਲ ਕਰ ਦੇਣੇ ਆ। ਆਲੂਆਂ ਦੀ ਭੁਨਾਈ ਕਰਨੀ ਅੱਛੇ ਤਰੀਕੇ ਨਾਲ, ਫਿਰ ਥੋੜ੍ਹਾ ਥੋੜ੍ਹਾ ਪਾਣੀ ਲਾ ਕੇ ਨਾ ਆਲੂਆਂ ਨੂੰ ਗਲਾ ਲੈਣਾ ਵਾ ਤੁਸੀਂ। ਆਲੂ ਤੁਹਾਡੇ ਗਲ ਜਾਣੇ ਚਾਹੀਦੇ ਆ, ਫਿਰ ਤੁਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਜਿਹੜੀ ਆ ਉਹ ਸ਼ਾਮਲ ਕਰਨੀ ਆ। ਜੇ ਤੁਸੀਂ ਪਹਿਲੇ ਹੀ ਸ਼ਿਮਲਾ ਮਿਰਚ ਸ਼ਾਮਲ ਕਰ ਦੋਗੇ ਤਾਂ ਉਹਦੇ ਨਾਲ ਸ਼ਿਮਲਾ ਮਿਰਚ ਦਾ ਟੇਸਟ ਜਿਹੜਾ ਵਾ ਬਿਲਕੁਲ ਖ਼ਰਾਬ ਹੋ ਜਾਂਦਾ ਵਾ, ਤੇ ਬਿਲਕੁਲ ਵੀ ਅੱਛਾ ਨਹੀਂ ਲੱਗਦਾ। ਕਿਉਂਕਿ ਆਪਾਂ ਜਿਹੜੀ ਵੀ ਰੈਸਪੀ 'ਚ ਚਾਈਨੀਜ਼ ਵਗੈਰਾ 'ਚ ਵੀ ਜਦੋਂ ਵੀ ਸ਼ਾਮਲ ਕਰੀਦਾ ਵਾ, ਤੇ ਤੁਹਾਨੂੰ ਪਤਾ ਹੋਏਗਾ ਕਿ ਸ਼ਿਮਲਾ ਮਿਰਚ ਜਿਹੜੀ ਆ ਆਪਾਂ ਐਂਡ 'ਤੇ ਸ਼ਾਮਲ ਕਰੀਦੀ ਆ। ਕੁਝ ਲੋਕ ਇੱਦਾਂ ਹੀ ਪਹਿਲੇ ਹੀ ਆਲੂਆਂ ਦੇ ਨਾਲ ਹੀ ਸ਼ਿਮਲਾ ਮਿਰਚ ਪਾ ਕੇ ਤੇ ਪਾਣੀ ਲਾ ਕੇ ਉਹਨੂੰ ਗਲਾਉਂਦੇ ਰਹਿੰਦੇ ਆ, ਤੇ ਉਹਦੇ ਨਾਲ ਟੇਸਟ ਬਿਲਕੁਲ ਵੀ ਅੱਛਾ ਨਹੀਂ ਲੱਗਦਾ, ਬਿਲਕੁਲ ਅੱਛਾ ਟੇਸਟ ਨਹੀਂ ਬਣਦਾ। ਆਲੂ ਆਪਣੇ ਦੇਖੋ ਮਾਸ਼ਾਅੱਲਾ ਗਲ ਵੀ ਗਏ ਆ ਤੇ ਕਰੀਮੀ ਜਿਹੇ ਸੌਫਟ ਹੋ ਗਏ ਆ। ਤੇ ਹੁਣ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਸ਼ਾਮਲ ਕਰ ਦੇਣੀ ਆ, ਤੇ ਇਹਨੂੰ ਬਹੁਤ ਜ਼ਿਆਦਾ ਕੁੱਕ ਕਰਨ ਦੀ ਵੀ ਜ਼ਰੂਰਤ ਨਹੀਂ ਗੀ। ਸਿਰਫ 2 ਤੋਂ 3 ਮਿੰਟ ਵਾਸਤੇ ਇਹਨੂੰ ਆਪਾਂ ਜਿਹੜਾ ਵਾ ਦਮ ਵਾਲੇ ਫਲੇਮ 'ਤੇ ਹੁਣ ਹਾਂਡੀ ਨੂੰ ਰੱਖਾਂਗੇ, ਤੇ ਬਹੁਤ ਹੀ ਜ਼ਬਰਦਸਤ ਜੀ ਲੁੱਕ ਵੀ ਆਏਗੀ ਸਾਲਨ ਦੀ, ਤੇ ਟੇਸਟ ਵੀ ਬਹੁਤ ਜ਼ਬਰਦਸਤ ਆਏਗਾ। ਦੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਲੱਗ ਰਹੀ ਹੈ। ਤੇ ਜੇ ਤੁਸੀਂ ਪਹਿਲੇ ਹੀ ਇਹਨੂੰ ਆਲੂ ਗਲਣ ਤੋਂ ਪਹਿਲੇ ਹੀ ਆਲੂਆਂ ਦੇ ਨਾਲ ਹੀ ਸ਼ਿਮਲਾ ਮਿਰਚ ਨੂੰ ਪਾ ਦਿਓਗੇ ਤੇ ਨਾਲ ਪਾਣੀ ਲਾ ਕੇ ਉਹਨੂੰ ਗਲਾਓਗੇ, ਤੇ ਜਿਹੜਾ ਵਾ ਨਾ ਲੁੱਕ ਵੀ ਅੱਛੀ ਨਹੀਂ ਆਏਗੀ, ਕਲਰ ਬਿਲਕੁਲ ਅੱਛਾ ਨਹੀਂ ਆਏਗਾ, ਤੇ ਟੇਸਟ ਜਿਹੜਾ ਵਾ ਸ਼ਿਮਲਾ ਮਿਰਚ ਦਾ ਬਿਲਕੁਲ ਖ਼ਰਾਬ ਹੋ ਜਾਂਦਾ ਵਾ ਉਸ ਤਰੀਕੇ ਦੇ ਨਾਲ। ਬਿਲਕੁਲ ਤੁਸੀਂ ਇਸੇ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਦੇਖਿਓ, ਫਿਰ ਦੇਖਿਓ ਤੁਹਾਡੇ ਘਰ ਦੇ ਵਿੱਚ ਸਾਰੇ ਤੁਹਾਡੀ ਪੱਕੀ ਹੋਈ ਸ਼ਿਮਲਾ ਮਿਰਚ ਨੂੰ ਪਸੰਦ ਕਰਨਗੇ, ਬਲਕਿ ਫਰਮਾਇਸ਼ ਕਰਨਗੇ ਕਿ ਡੇਲੀ ਸ਼ਿਮਲਾ ਮਿਰਚ ਦੀ ਹੀ ਸਬਜ਼ੀ ਬਣਾਈ ਜਾਏ। ਕਿਉਂਕਿ ਗਰਮੀਆਂ ਦੀਆਂ ਸਬਜ਼ੀਆਂ ਵਾ ਬਹੁਤ ਚੰਦ ਇੱਕ ਸਬਜ਼ੀਆਂ ਵਾ ਜਿਹੜੀਆਂ ਹਰ ਘਰ ਦੇ ਵਿੱਚ ਸ਼ੌਕ ਨਾਲ ਖਾਧੀਆਂ ਜਾਂਦੀਆਂ ਵਾ, ਤੇ ਅਕਸਰ ਘਰਾਂ ਵਿੱਚ ਬੱਚੇ ਜਿਹੜੇ ਆ ਨਾ ਟਿੰਡੇ ਖਾਂਦੇ ਆ ਨਾ ਕੱਦੂ ਖਾਂਦੇ ਆ ਇਹਨਾਂ ਚੀਜ਼ਾਂ ਤੋਂ। ਤੇ ਹਾਲਾਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਖਾਣ ਵਾਸਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦਿੰਦੀਆਂ, ਲੇਕਿਨ ਇਹਨਾਂ ਨੂੰ ਜੇ ਆਪਾਂ ਅੱਛੇ ਤਰੀਕੇ ਨਾਲ ਬਣਾ ਲਾਂਗੇ ਜ਼ਬਰਦਸਤ ਜਿਹਾ ਟੇਸਟ ਆਏਗਾ, ਤੇ ਸਾਰੇ ਇਹਨੂੰ ਖਾਣਗੇ। ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਫਾਈਨਲ ਲੁੱਕ ਦੇਖੋ, ਮਾਸ਼ਾਅੱਲਾ ਜ਼ਬਰਦਸਤ ਜੀ ਇਹਦੀ ਫਾਈਨਲ ਦੇਖੋ ਕਿੰਨੀ ਜ਼ਬਰਦਸਤ। ਤੇ ਇੱਕ ਚੀਜ਼ ਦਾ ਤੁਸੀਂ ਇਹ ਵੀ ਖਿਆਲ ਰੱਖਣਾ ਵਾ ਕਿ ਸ਼ਿਮਲਾ ਮਿਰਚ ਨੂੰ ਵੀ ਥੋੜ੍ਹੀ ਬਾਰੀਕ ਹੀ ਕੱਟਣਾ ਵਾ, ਜਿੰਨਾ ਕੁ ਸਾਈਜ਼ ਮੈਂ ਰੱਖਿਆ ਵਾ। ਬੜੇ ਬੜੇ ਪੀਸ ਤੁਸੀਂ ਨਹੀਂ ਕੱਟਣੇ, ਉਹਦੇ ਨਾਲ ਕੀ ਹੁੰਦਾ ਵਾ ਕਿ ਬੜੇ ਬੜੇ ਪੀਸ ਬੱਚਿਆਂ ਨੂੰ ਫਿਰ ਅੱਛੇ ਨਹੀਂ ਲੱਗਦੇ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।